ਅਸੀਂ ਇਸ ਵੇਲੇ ਹਾਂ ਮੋਗਾ ਜ਼ਿਲ੍ਹੇ ਦੇ ਪਿੰਡ ਖੋਟੇ ਦੇ ਵਿੱਚ। ਪੰਜਾਬੀ ਦੇ ਪ੍ਰਸਿੱਧ ਗੀਤਕਾਰ ਮੇਵਾ ਸਿੰਘ ਖੋਟੇ ਇਸੇ ਹੀ ਪਿੰਡ ਦੇ ਸਨ ਸ਼ਬਦ ਇਸ ਲਈ ਬੋਲਿਆ ਕਿਉਂਕਿ ਮੇਵਾ ਸਿੰਘ ਖੋਟੇ ਉਹੀ ਇਨਸਾਨ ਨੇ ਜਿਨ੍ਹਾਂ ਨੇ ਕਿਸਾਨੀ ਸੰਘਰਸ਼ ਦੇ ਦੌਰਾਨ ਦਿੱਲੀ ਦੇ ਵਿੱਚ ਸ਼ਹਾਦਤ ਪ੍ਰਾਪਤ ਕੀਤੀ ਹੈ। ਕਿਵੇਂ ਹੁਣ ਜ਼ਿੰਦਗੀ ਨੂੰ ਅੱਗੇ ਕੱਢਣਾ ਹੈਗਾ? ਬਹੁਤ ਮੁਸ਼ਕਿਲ ਹੈ ਜੀ। ਮੇਰਾ ਤਾਂ ਸਾਰਾ ਕੁਝ ਉਹਨਾਂ ਦੇ ਸਿਰ ਤੇ ਹੀ ਛੱਡਿਆ ਹੋਇਆ ਜੀ। ਹਾਂ, ਮੈਂ ਕੋਈ ਕੰਮ ਨਹੀਂ ਕਰਦਾ, ਮੈਂ ਜੋਬਲੈਸ ਹਾਂ। ਜੋ ਕੁਝ ਕਰਦੇ ਸੀ ਉਹੀ ਕਰਦੇ ਸੀ। ਉਹਨਾਂ ਤੋਂ ਬਿਨਾਂ ਬਹੁਤ ਔਖਾ ਹੈ। ਇਹ ਘਾਟਾ ਕਦੇ ਨਹੀਂ ਪੂਰਾ ਹੋ ਸਕਦਾ। ਬਹੁਤ ਵੱਡਾ ਘਾਟਾ ਪੈ ਗਿਆ। ਮੇਰਾ ਸਭ ਕੁਝ ਹੋ ਸੀ। ਮੈਂ ਆਪਣੀ ਮਦਰ ਦਾ ਨਹੀਂ ਇੰਨਾ ਕਰਦਾ ਜਿੰਨਾ ਮੈਂ ਆਪਦੇ ਫਾਦਰ ਦਾ ਕਰਦਾ ਵੀ 24 ਘੰਟੇ ਉਹਨਾਂ ਦੇ ਮਗਰ ਹੀ ਰਹਿੰਦਾ ਸੀ। ਬਹੁਤ ਵੱਡਾ ਸਾਨੂੰ ਘਾਟਾ ਪੈ ਗਿਆ। ਇਹ ਕਦੇ ਨਹੀਂ ਪੂਰਾ ਹੋ ਸਕਦਾ। 8 ਤਰੀਕ ਦੀ ਸੁਬਾਹ ਨੂੰ 12:45 ਤੇ ਸਾਨੂੰ ਫੋਨ ਆਇਆ ਵੀ ਉਹਨਾਂ ਦੀ ਹਾਰਟ ਅਟੈਕ ਕਰਕੇ death ਹੋ ਗਈ। ਵਧੀਆ ਸੀ, ਸਿਹਤ ਵੀ ਪੂਰੀ ਸਹੀ ਸੀ। ਗੱਲਾਂ ਬਾਤਾਂ ਕਰਦੇ ਰਹੇ ਆ ਪਿੰਡ ਵਾਲਿਆਂ ਨਾਲ ਵੀ, ਤੇ ਹੋਰ ਵੀ ਜਿਹੜੇ ਨਾਲ ਦੇ ਪਿੰਡ ਦੇ ਗਏ ਸੀ ਉਹਨਾਂ ਨੂੰ ਪਹਿਲਾਂ ਤਾਂ ਉਹਨਾਂ ਨੂੰ ਪਿੰਨੀਆਂ ਪੁੰਨੀਆਂ ਖਵਾਈਆਂ, ਖੋਏ ਦੀਆਂ, ਫਿਰ ਸੇਵੀਆਂ ਬਣਾ ਕੇ ਦਿੱਤੀਆਂ। ਇੱਕ ਨਾਲ ਕੋਈ ਬਿਮਾਰ ਸੀਗਾ ਬੱਚਾ, ਤੇ ਉਹਨਾਂ ਨੂੰ ਸੇਵੀਆਂ ਬਣਾ ਕੇ ਦਿੱਤੀਆਂ। ਉਹੀ ਸੇਵੀਆਂ ਰੱਖੀਆਂ ਸੀਗੀਆਂ ਥੋੜ੍ਹੀਆਂ ਹੀ ਉਹਨਾਂ ਨੇ। ਰਾਤ ਨੂੰ ਉੱਠ ਕੇ ਕਦੇ ਖਾਣ ਲੱਗੇ ਆ, ਤੇ ਉਹ ਉੱਪਰ ਧਰਿਆ ਹੀ ਨਹੀਂ ਗਿਆ ਭੱਠੀ ਤੇ। ਅਸੀਂ ਖੋਟੇ ਪਿੰਡ ਦੇ ਵਿੱਚ ਪ੍ਰਸਿੱਧ ਗੀਤਕਾਰ ਮੇਵਾ ਸਿੰਘ ਖੋਟੇ ਦੇ ਘਰ ਬੈਠੇ ਹੋਏ ਹਾਂ। ਸਾਡੇ ਪੰਜਾਬ ਦਾ ਇਤਿਹਾਸ ਇਹੋ ਜਿਹਾ ਰਿਹਾ ਹੈ ਕਿ ਸਾਡੇ ਲੋਕਾਂ ਦੇ ਸਿਰ ਤੇ ਜਦੋਂ ਵੀ ਕੋਈ ਬਣ ਪਈ ਹੈ, ਕੋਈ ਵਿਪਤਾ ਪਈ ਹੈ, ਤੇ ਸਾਡੇ ਲੋਕਾਂ ਨੇ ਨਿਰਸਵਾਰਥ ਅੱਗੇ ਹੋ ਕੇ ਆਪਣੇ ਹੱਕਾਂ ਦੀ ਰਾਖੀ ਦੇ ਲਈ ਸ਼ਹੀਦੀਆਂ ਦਿੱਤੀਆਂ ਨੇ। ਤੇ ਇਹੀ ਜਿਹੜਾ ਮੰਜ਼ਰ ਹੈਗਾ ਹੁਣ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈਗਾ। ਸਾਡੇ ਲੋਕ ਜਿਨ੍ਹਾਂ ਦੇ ਕੋਲੇ ਟੋਟਾ ਵੀ ਇੱਕ ਜ਼ਮੀਨ ਦਾ ਨਹੀਂ ਆ, ਸਾਡੇ ਉਹ ਲੋਕ ਜਿਨ੍ਹਾਂ ਦੀ ਰੋਜ਼ੀ ਰੋਟੀ ਬੜੀ ਮੁਸ਼ਕਲ ਦੇ ਨਾਲ ਚੱਲਦੀ ਆ, ਘਰਾਂ ਦੇ ਵਿੱਚ ਸਹੀ ਤਰੀਕੇ ਨਾਲ ਛੱਤਾਂ ਨਹੀਂ ਹੈਗੀਆਂ, ਸਿਰ ਢੱਕਣ ਨੂੰ ਉਹਨਾਂ ਦੇ ਕੋਲੇ ਪੂਰੀ ਛੱਤ ਨਹੀਂ ਆ, ਰੋਟੀ ਖਾਣ ਦੇ ਲਈ ਪੂਰਾ ਜਿਹੜਾ ਰੋਟੀ ਦਾ ਪ੍ਰਬੰਧ ਨਹੀਂ ਹੈਗਾ, ਕੋਲੇ ਟੋਟਾ ਜ਼ਮੀਨ ਦਾ ਨਹੀਂ ਹੈਗਾ, ਪਰ ਉਹ ਲੋਕ ਜਿਨ੍ਹਾਂ ਨੂੰ ਪਤਾ ਹੈ ਕਿ ਕਿਸਾਨਾਂ ਦੇ ਨਾਲ ਸਾਡਾ ਵਜੂਦ ਹੈ, ਕਿਸਾਨ ਹੋਣਗੇ ਤੇ ਅਸੀਂ ਹੋਵਾਂਗੇ, ਉਹ ਲੋਕ ਅੱਗੇ ਵੱਧ ਕੇ ਜਿਹੜੇ ਸ਼ਹੀਦੀਆਂ ਦੇ ਜਾਮ ਪੀ ਰਹੇ ਆ। ਤੇ ਇਹਨਾਂ ਹੀ ਸ਼ਹੀਦਾਂ ਦੇ ਵਿੱਚ ਖੋਟੇ ਪਿੰਡ ਦਾ ਇੱਕ ਮਹਾਨ ਸ਼ਹੀਦ ਗੀਤਕਾਰ ਮੇਵਾ ਸਿੰਘ ਖੋਟੇ ਹੈਗੇ ਆ, ਜਿਨ੍ਹਾਂ ਨੇ ਟਿਕਰੀ ਬਾਰਡਰ ਦੇ ਉੱਤੇ ਆਪਣੀ ਜਿਹੜੀ ਆ ਸ਼ਹਾਦਤ ਦਿੱਤੀ ਹੈਗੀ ਆ। ਤੇ ਉਹਨਾਂ ਦੇ ਪਿੱਛੇ ਉਹਨਾਂ ਦੀ ਪਤਨੀ ਤੇ ਇੱਕ ਬੇਟਾ ਜਿਹਨਾਂ ਨੂੰ ਉਹ ਹਮੇਸ਼ਾ ਦੇ ਲਈ ਇਕੱਲਿਆਂ ਛੱਡ ਕੇ ਇਸ ਜਹਾਨ ਤੋਂ ਚਲੇ ਗਏ ਨੇ। ਉਹਨਾਂ ਦੇ ਪਰਿਵਾਰ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅਸੀਂ ਹਰ ਪ੍ਰੋਗਰਾਮ ਦੇ ਵਿੱਚ ਇਹ ਕਹਿੰਦੇ ਹਾਂ ਕਿ ਇਹਨਾਂ ਪਰਿਵਾਰਾਂ ਨੂੰ ਇਹੋ ਜਿਹੇ ਘਾਟੇ ਪੈ ਗਏ ਆ ਜਿਹੜੇ ਕਦੇ ਵੀ ਪੂਰੇ ਨਹੀਂ ਹੋਣਗੇ, ਭਾਵੇਂ ਕਿ ਪਿੰਡਾਂ ਦੇ ਨਾਮ ਸ਼ਹੀਦਾਂ ਦਾ ਕਰਕੇ ਸੁਨਹਿਰੀ ਅੱਖਰਾਂ ਦੇ ਵਿੱਚ ਲਿਖੇ ਗਏ ਆ, ਪਰ ਇਹਨਾਂ ਦੇ ਜਿਹੜੀਆਂ ਜ਼ਿੰਦਗੀਆਂ ਦੇ ਵਿੱਚ ਖਲਾਅ ਪੈਦਾ ਹੋ ਗਿਆ, ਉਹ ਖਲਾਅ ਸ਼ਾਇਦ ਤੁਸੀਂ, ਮੈਂ ਜਾਂ ਦੁਨੀਆ ਦਾ ਕੋਈ ਵੀ ਸ਼ਖਸ ਉਹ ਨਹੀਂ ਭਰ ਸਕੂਗਾ। ਅਸੀਂ ਉਹਨਾਂ ਦੀ ਪਤਨੀ ਦੇ ਨਾਲ ਗੱਲ ਕਰਦੇ ਹਾਂ। ਆਂਟੀ, ਇਹ ਜਿਹੜੀ ਕਦੋਂ ਘਟਨਾ ਵਾਪਰੀ, ਕਿੰਨੇ ਦਿਨ ਤੋਂ ਜਿਹੜੇ ਮੇਵਾ ਸਿੰਘ ਉੱਥੇ ਸੀਗੇ? ਤਰੀਕ ਤੋਂ ਨਾਲ ਸੀ। ਪਹਿਲੀ ਤਰੀਕ ਤੋਂ ਨਾਲ? ਹਾਂਜੀ। ਤੇ ਕਿੰਨੇ ਦਿਨ ਉੱਥੇ ਰਹੇ ਆ? ਕੀ ਕੁਝ ਵਾਪਰਿਆ? ਕੀ ਤੁਹਾਨੂੰ ਪਤਾ ਲੱਗਿਆ? ਉਸ ਤੋਂ ਪਹਿਲਾਂ ਪਰਿਵਾਰ ਨਾਲ ਕੋਈ ਗੱਲਬਾਤ ਹੋਈ ਉਹਨਾਂ ਦੀ? ਹੁੰਦੀ ਰਹਿੰਦੀ ਸੀ, ਮੁੰਡੇ ਨਾਲ ਗੱਲ ਹੁੰਦੀ, ਮੇਰੇ ਨਾਲ ਵੀ ਹੁੰਦੀ। 8 ਤਰੀਕ ਦੀ ਸਵੇਰ ਨੂੰ ਡੈਥ ਹੋਈ ਹੈ ਜੀ ਉਹਨਾਂ ਦੀ। 8 ਤਰੀਕ ਦੀ ਸੁਬਾਹ ਨੂੰ 12:45 ਤੇ ਸਾਨੂੰ ਫੋਨ ਆਇਆ ਵੀ ਉਹਨਾਂ ਦੀ ਹਾਰਟ ਅਟੈਕ ਕਰਕੇ ਡੈਥ ਹੋ ਗਈ। ਵੀਰੇ, ਕੀ ਪਤਾ ਲੱਗਿਆ? ਉਸ ਤੋਂ ਪਹਿਲਾਂ ਕਿੰਨੇ ਦਿਨ ਪਹਿਲਾਂ ਉਹ ਉੱਥੇ ਸੀਗੇ, ਤੇ ਕੀ ਪਤਾ ਲੱਗਿਆ ਤੁਹਾਨੂੰ? ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਦੋਸਤ ਹੋਣਗੇ, ਉਹਨਾਂ ਨੇ ਕੁਝ ਦੱਸਿਆ ਹੋਊਗਾ ਕਿ ਤਬੀਅਤ ਕਿਵੇਂ ਖਰਾਬ ਹੋਈ, ਕਿ ਉਹ ਪਹਿਲਾਂ ਬਿਮਾਰ ਸੀਗੇ ਜਾਂ ਕੀ ਕੁਝ ਵਾਪਰਿਆ? ਜਮਾਂ ਠੀਕ ਸੀ ਜੀ, ਠੀਕ, ਢਿੱਲੇ ਹੋਏ ਹੀ ਨਹੀਂ। ਕੋਈ ਕਸਰ ਨਹੀਂ ਸੀ, ਵਧੀਆ ਸੀ, ਸਿਹਤ ਵੀ ਪੂਰੀ ਸਹੀ ਸੀ। ਗੱਲਾਂ ਬਾਤਾਂ ਕਰਦੇ ਰਹੇ ਆ ਪਿੰਡ ਵਾਲਿਆਂ ਨਾਲ ਵੀ, ਤੇ ਹੋਰ ਵੀ ਜਿਹੜੇ ਨਾਲ ਦੇ ਪਿੰਡ ਦੇ ਗਏ ਸੀ ਉਹਨਾਂ ਨੂੰ ਪਹਿਲਾਂ ਤਾਂ ਉਹਨਾਂ ਨੂੰ ਪਿੰਨੀਆਂ ਪੁੰਨੀਆਂ ਖਵਾਈਆਂ, ਖੋਏ ਦੀਆਂ, ਫਿਰ ਸੇਵੀਆਂ ਬਣਾ ਕੇ ਦਿੱਤੀਆਂ। ਇੱਕ ਨਾਲ ਕੋਈ ਬਿਮਾਰ ਸੀਗਾ ਬੱਚਾ, ਤੇ ਉਹਨਾਂ ਨੂੰ ਸੇਵੀਆਂ ਬਣਾ ਕੇ ਦਿੱਤੀਆਂ। ਉਹੀ ਸੇਵੀਆਂ ਰੱਖੀਆਂ ਸੀਗੀਆਂ ਥੋੜ੍ਹੀਆਂ ਹੀ ਉਹਨਾਂ ਨੇ। ਰਾਤ ਨੂੰ ਉੱਠ ਕੇ ਕਦੇ ਖਾਣ ਲੱਗੇ ਆ, ਤੇ ਉਹ ਉੱਪਰ ਧਰਿਆ ਹੀ ਨਹੀਂ ਗਿਆ ਭੱਠੀ ਤੇ। ਬਸ।
ਆਂਟੀ ਬਹੁਤ ਸਾਰੇ ਲੋਕਾਂ ਨੂੰ ਇਹ ਲੱਗ ਰਿਹਾ ਹੈਗਾ ਕਿ ਕਿਸਾਨਾਂ ਦਾ ਤਾਂ ਇਹ ਮਸਲਾ ਹੈਗਾ ਵਾ, ਉਹ ਜਾਂਦੇ ਆ ਤੇ ਜਾਣ, ਸਾਡੇ ਕੋਲ ਤਾਂ ਜ਼ਮੀਨ ਨਹੀਂ ਹੈਗੀ, ਕੀ ਜ਼ਰੂਰਤ ਪਈ ਆ ਸਰਕਾਰ ਨਾਲ ਪੰਗਾ ਲੈਣ ਦੀ। ਪਰ ਤੁਹਾਡੇ ਕੋਲੇ ਜ਼ਮੀਨ ਨਹੀਂ ਹੈਗੀ, ਰੋਜ਼ੀ ਰੋਟੀ ਦਾ ਜਿਹੜਾ ਬੜੀ ਮੁਸ਼ਕਲ ਨਾਲ ਗੁਜ਼ਾਰਾ ਚੱਲਦਾ ਸੀ। ਕਿਸਾਨਾਂ ਕੋਲ ਹੋਊਗਾ ਫਿਰ ਹੀ ਸਾਨੂੰ ਮਿਲੂਗੀ ਜੀ, ਫਿਰ ਹੀ ਸਾਨੂੰ ਮਿਲੂਗਾ। ਜੇ ਕਿਸਾਨਾਂ ਕੋਲ ਨਹੀਂ ਤਾਂ ਫਿਰ ਸਾਡੇ ਕੋਲ ਕਿੱਥੋਂ? ਪਹਿਲਾਂ ਕਿਸਾਨਾਂ ਨੂੰ ਮਿਲੂਗਾ ਫਿਰ ਹੀ ਸਾਨੂੰ ਮਿਲੂਗਾ। ਸਾਰਾ ਕੁਝ ਇਹਨਾਂ ਦੇ ਹੀ ਖਾ ਰਹੇ ਆ ਜੀ, ਇਹਨਾਂ ਦਾ ਕਰਕੇ ਕੰਮ ਮਿਲ ਰਹੇ ਆ ਸਾਨੂੰ। ਜੇ ਇਹਨਾਂ ਕੋਲੇ ਨਹੀਂ ਕੁਛ ਹੈਗਾ ਤਾਂ ਸਾਡੇ ਕੋਲ ਵੀ ਕੁਛ ਨਹੀਂ। ਵੀਰੇ ਜਿਹੜਾ ਹੋਣਾ ਬਿਨਾਂ ਸ਼ੱਕ ਬਹੁਤ ਮਾਣ ਵਾਲੀ ਗੱਲ ਹੈਗੀ ਆ। ਤਾਂ ਉਮਰ ਜਦੋਂ ਵੀ ਕਿਸਾਨੀ ਸੰਘਰਸ਼ ਦੀਆਂ ਗੱਲਾਂ ਹੋਣਗੀਆਂ, ਕਿਸਾਨੀ ਸੰਘਰਸ਼ ਦੇ ਦੌਰਾਨ ਸ਼ਹੀਦ ਹੋਏ ਲੋਕਾਂ ਨੂੰ ਯਾਦ ਕੀਤਾ ਜਾਊਗਾ ਤੇ ਮੇਵਾ ਸਿੰਘ ਜੀ ਦਾ ਨਾਮ ਵੀ ਜਿਹੜੇ ਬਹੁਤ ਇੱਜ਼ਤ ਨਾਲ, ਬਹੁਤ ਸੋਹਣੇ ਤਰੀਕੇ ਨਾਲ ਲਿਆ ਜਾਂਦਾ ਰਹੂਗਾ। ਪਰ ਤੁਹਾਡੇ ਜਿਹੜੇ ਕਹਿ ਸਕਦੇ ਨੇ ਵੀ ਘਰ ਦੇ ਵਿੱਚ ਇੱਕ ਮੈਂਬਰ ਦਾ ਚਲੇ ਜਾਣਾ, ਜਿਹੜਾ ਤੁਹਾਡੇ ਨਾਲ ਗੱਲਾਂ ਕਰਦਾ ਹੈ, ਹੱਸਦਾ ਖੇਡਦਾ ਹੈ, ਉਹਦੀ ਇੱਕ ਜਗ੍ਹਾ ਬਣੀ ਹੁੰਦੀ ਆ ਘਰ ਦੇ ਵਿੱਚ, ਉਹ ਹਮੇਸ਼ਾ ਲਈ ਖਾਲੀ ਹੋ ਗਈ ਆ। ਕਿਤੇ ਨਾ ਕਿਤੇ ਰੋਜ਼ੀ ਰੋਟੀ ਦਾ ਵੀ ਜਿਹੜਾ ਬੜਾ ਮੁਸ਼ਕਲ ਦੇ ਨਾਲ ਹੁੰਦਾ ਤੇ ਜਿਹੜੇ ਪੁੱਤ ਹੁੰਦੇ ਉਹ ਤਾਂ ਹਮੇਸ਼ਾ ਹੀ ਮਾਪਿਆਂ ਦੇ ਬਹੁਤੇ ਲਾਡਲੇ ਹੁੰਦੇ ਆ। ਸਾਡੇ ਪੰਜਾਬ ਦਾ ਤਾਂ ਸੱਭਿਆਚਾਰ ਇਹੋ ਜਿਹਾ ਵੀ ਛੇਤੀ ਉਹਨਾਂ ਦੇ ਕਦੇ ਜ਼ਿੰਮੇਵਾਰੀ ਪਾਉਂਦੇ ਨਹੀਂ ਹੈਗੇ। ਹੁਣ ਜਿਹੜਾ ਅਚਾਨਕ ਇਹ ਜਿਹੜਾ ਇੱਕ ਕਹਿ ਸਕਦੇ ਹੋ ਤੁਹਾਡੇ ਸਿਰ ਤੇ ਜ਼ਿੰਮੇਵਾਰੀ ਆਣ ਪਈ ਆ, ਮਾਤਾ ਦੀ ਜ਼ਿੰਮੇਵਾਰੀ ਆ ਪਈ ਆ, ਜਾਂ ਪੂਰੇ ਘਰ ਦਾ ਜਿਹੜਾ ਕਿਵੇਂ ਹੁਣ ਜ਼ਿੰਦਗੀ ਨੂੰ ਅੱਗੇ ਕੱਢਣਾ ਹੈਗਾ? ਬਹੁਤ ਮੁਸ਼ਕਿਲ ਹੈ ਜੀ, ਮੇਰਾ ਤਾਂ ਸਾਰਾ ਕੁਝ ਉਹਨਾਂ ਦੇ ਸਿਰ ਤੇ ਹੀ ਛੱਡਿਆ ਹੋਇਆ ਜੀ। ਹਾਂ, ਮੈਂ ਕੋਈ ਕੰਮ ਨਹੀਂ ਕਰਦਾ, ਮੈਂ ਜੌਬਲੈਸ ਹਾਂ। ਜੋ ਕੁਝ ਕਰਦੇ ਸੀ ਉਹੀ ਕਰਦੇ ਸੀ, ਉਹਨਾਂ ਤੋਂ ਬਿਨਾਂ ਬਹੁਤ ਔਖਾ ਹੈ। ਇਹ ਘਾਟਾ ਕਦੇ ਨਹੀਂ ਪੂਰਾ ਹੋ ਸਕਦਾ। ਆਂਟੀ ਕਿੱਥੇ ਅਸੀਂ ਇਹ ਉਡੀਕ ਰਹੇ ਸੀਗੇ ਕਿ ਸਾਡੇ ਪੰਜਾਬੀ ਗਏ ਆ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਸਾਡੀ ਖੇਤੀ ਦੇ ਨਾਲ ਇਕੱਲੇ ਹੀ ਸਾਡੀ ਰੋਜ਼ੀ ਰੋਟੀ ਨਹੀਂ ਜੁੜੀ, ਪਤਾ ਨਹੀਂ ਕਿੰਨੇ ਪਰਿਵਾਰਾਂ ਦੀ ਜੁੜੀ ਹੋਈ ਆ, ਹਨਾ। ਕਿਸੇ ਹੌਸਲੇ ਦੇ ਨਾਲ ਤੁਰ ਪਏ ਸੀ ਦਿੱਲੀ ਵੱਲ ਨੂੰ ਸਾਰੇ ਜਾਣੇ, ਤੇ ਕਿਤੇ ਨਾ ਕਿਤੇ ਪਹਿਲਾਂ ਇਹ ਖਦਸ਼ਾ ਲੱਗ ਰਿਹਾ ਸੀ ਵੀ ਜਿੰਨੇ ਜਾਣੇ ਦਿੱਲੀ ਗਏ ਆ ਵਾਪਸ ਉਹਨੇ ਆਉਣਗੇ ਨਹੀਂ, ਤੇ ਉਹਦੇ ਵਿੱਚੋਂ ਤੁਹਾਡੇ ਘਰ ਦਾ ਮੈਂਬਰ ਵੀ ਵਾਪਸ ਨਹੀਂ ਆਊਗਾ, ਤੇ ਘਰ 'ਚ ਇੱਕ ਖੁਸ਼ਖਬਰੀ ਆਉਣ ਦੀ ਬਜਾਏ ਕਿ ਸਾਡੇ ਲੋਕ ਉੱਥੇ ਜਿੱਤ ਗਏ ਆ, ਉਹ ਜਿੱਤ ਕੇ ਵਾਪਸ ਆ ਰਹੇ ਆ, ਤੁਹਾਡੇ ਘਰ 70 ਵਿਛ ਗਿਆ। ਤੇ ਬਹੁਤ ਮੁਸ਼ਕਲ ਲੱਗ ਰਿਹਾ ਹੋਊਗਾ ਇਹ ਸਮਾਂ, ਕਿਉਂਕਿ ਹਜੇ ਜਿਹੜੀ ਆ ਕਹਿ ਸਕਦੇ ਆ ਵੀ ਜਿਹੜੀ ਇੱਕ ਖੁਸ਼ਖਬਰੀ ਲੈਣ ਗਏ ਸੀ ਸਾਡੇ ਲੋਕ, ਉਹਦੇ ਵਿੱਚੋਂ ਉਹ ਤਾਂ ਹਜੇ ਤੁਹਾਡੇ ਘਰ ਤੱਕ ਪਹੁੰਚੀ ਨਹੀਂ, ਪਰ 70 ਪਹੁੰਚ ਗਿਆ। ਤੇ ਮੈਂ ਮੋਦੀ ਨੇ ਨਾ ਬਹੁਤ ਤੰਗ ਕੀਤਾ, ਲੋਕਾਂ ਨੂੰ ਦੁਖੀ ਕੀਤਾ ਪਿਆ ਜੀ। ਇਹਨਾਂ ਨੂੰ ਕਾਲੇ ਕਾਨੂੰਨ ਜੇ ਆ ਵਾਪਸ ਲੈਣੇ ਚਾਹੀਦੇ ਆ। ਇਹਨਾਂ ਕਰਕੇ ਕਿੰਨੀਆਂ ਜਾਨਾਂ ਜਾਈ ਜਾਂਦੀਆਂ। ਠੰਡ 'ਚ ਰਹਿਣਾ ਉੱਥੇ ਬਹੁਤ ਔਖਾ ਜੀ, ਮੈਂ ਖੁਦ ਜਾ ਕੇ ਆਇਆ ਉੱਥੇ, ਬਹੁਤ ਔਖਾ ਠੰਡ 'ਚ ਰਹਿਣਾ। ਕਿੰਨੇ ਮਰ ਰਹੇ ਆ, ਕਿੰਨੀਆਂ ਹੋਰ ਜਾਨਾਂ ਜਾ ਰਹੀਆਂ, ਤੇ ਇਹਨਾਂ ਨੂੰ ਵਾਪਸ ਲੈਣੀ ਚਾਹੀਦੀ। ਲਗਾਤਾਰ ਜਿਹੜੀ ਹੈਗੀ ਆ ਮੌਤਾਂ ਦੀ ਗਿਣਤੀ ਵੱਧ ਰਹੀ ਆ, ਤੇ ਕਹਿੰਦੇ ਹੁੰਦੇ ਆ ਵੀ ਜਾਨ ਕੋਈ ਵੀ ਹੋਵੇ, ਚਾਹੇ ਉਹ ਕਿਸੇ ਬਜ਼ੁਰਗ ਦੀ ਹੋਵੇ, ਕਿਸੇ ਬੱਚੇ ਦੀ ਹੋਵੇ, ਉਹ ਬੇਸ਼ਕੀਮਤੀ ਹੁੰਦੀ ਹੈ ਉਸ ਪਰਿਵਾਰ ਦੇ ਲਈ। ਦੂਜਿਆਂ ਨੂੰ ਸ਼ਾਇਦ ਇਹ ਲੱਗਦਾ ਹੋਵੇ ਵੀ ਕੋਈ ਬਜ਼ੁਰਗ ਆ ਉਹ ਆਪਦੀ ਉਮਰ ਭੋਗ ਕੇ ਗਿਆ, ਪਰ ਜਿਸ ਪਰਿਵਾਰ ਦੇ ਸਿਰ ਤੋਂ ਸਾਇਆ ਚਲਾ ਜਾਂਦਾ ਹੈ, ਬਹੁਤ ਸਾਰੀਆਂ ਮਾਵਾਂ ਜਿਨ੍ਹਾਂ ਦੇ ਨੌਜਵਾਨ ਬੱਚੇ ਇਕੱਲੇ ਸੀਗੇ, ਉਹ ਵਾਪਸ ਹੀ ਨਹੀਂ ਘਰ ਪਰਤੇ, ਰਸਤੇ ਦੇ ਵਿੱਚ ਐਕਸੀਡੈਂਟ ਦੀ ਭੇਟ ਚੜ ਗਏ। ਇਹ ਸਾਰਾ ਮੰਜ਼ਰ ਮਤਲਬ ਸਰਕਾਰ ਨੇ, ਤੁਸੀਂ ਸੋਚਦੇ ਹੋ ਵੀ ਸਰਕਾਰ ਨੇ ਮਜਬੂਰ ਕੀਤਾ, ਜਾਂ ਜੇ ਕੀ ਕਾਰਨ ਹੈ ਲੱਗਦੇ ਤੁਹਾਨੂੰ? ਇਹ ਸਰਕਾਰ ਨੇ ਮਜਬੂਰ ਕੀਤਾ ਜੀ। ਹੁਣ ਦੇਖੋ, ਸਾਡੇ ਸਿਰ ਤੋਂ ਉਹੀ ਸੀਗੇ ਵੀ ਕਮਾਉਣ ਵਾਲੇ, ਉਹ ਚਲੇ ਗਏ। ਉੱਥੇ ਜਾਣ ਦੇ ਕਾਰਨ ਵੀ ਉਹਨਾਂ ਦੀ ਕੋਈ ਵੀ ਹੈਪਨ ਹੋ ਗਿਆ, ਕਿੱਦਾਂ ਵੀ ਮੌਤ ਹੋ ਗਈ, ਇਹ 'ਚ ਜ਼ਿੰਮੇਵਾਰ ਸਰਕਾਰ ਹੀ ਹੈ ਜੀ। ਜੇ ਘਰੇ ਰਹਿੰਦੇ ਆਪਦਾ ਹੈਲਦੀ ਖਾਂਦੇ, ਤੁਰਾ ਫੇਰਾ ਸਹੀ ਸੀ, ਉਹਨਾਂ ਦਾ ਡੇਲੀ ਦਾ ਸ਼ਡਿਊਲ ਸੀਗਾ ਵਾਕ 'ਤੇ ਜਾਣਾ, ਤਾਂ ਉਹਨਾਂ ਨੂੰ ਕਦੇ ਅੱਜ ਚੱਕਰ ਹੋਣਾ ਨਹੀਂ ਸੀ। ਉੱਥੇ ਡਾਈਟ ਬੇਟਾਈਮੀ ਰਹੀ, ਤੁਰਾ ਫੇਰਾ ਘੱਟ ਸੀ, ਠੰਡ ਸੀ, ਕੁਛ ਇੱਦਾਂ ਕਰਕੇ ਹੈਪਨ ਹੋ ਜਾਂਦਾ। ਵੀ ਜੀ ਤੁਹਾਡੇ ਪਿਤਾ ਜੀ ਇੱਕ ਪੰਜਾਬ ਦੀ ਜਾਣੀ ਪਹਿਚਾਣੀ ਜਿਹੜੀ ਸ਼ਖਸੀਅਤ ਹੈ, ਇੱਕ ਮਹਾਨ ਕਹਿ ਸਕਦੇ ਆ ਗੀਤਕਾਰ ਆ, ਹਨਾ। ਬੜੇ ਤਕੜੇ ਜਿਹੜੇ ਆ ਗਾਇਕਾਂ ਨੇ, ਉਹਨਾਂ ਦੇ ਗਾਣੇ ਗਾਏ ਆ, ਤੇ ਕਿਤੇ ਨਾ ਕਿਤੇ ਖਬਰਾਂ ਵੀ ਆਉਂਦੀਆਂ ਰਹਿੰਦੀਆਂ ਵੀ ਜਿਹੜਾ ਗੀਤ ਲਿਖਣ ਵਾਲਾ ਹੁੰਦਾ ਉਹਨੂੰ ਕੋਈ ਬਹੁਤਾ ਕੁਝ ਮਿਲਦਾ ਨਹੀਂ ਹੈਗਾ। ਤੇ ਸ਼ਾਇਦ ਇਹ ਚੀਜ਼ਾਂ ਤੁਹਾਡੇ ਪਰਿਵਾਰ ਨਾਲ ਵੀ ਵਾਪਰੀਆਂ, ਕਿਉਂਕਿ ਤੁਹਾਡੇ ਘਰ ਦੇ ਹਾਲਾਤ ਦੇਖ ਕੇ ਲੱਗ ਰਿਹਾ ਕਿ ਜਿਹੜੀ ਆ ਰੋਜ਼ੀ ਰੋਟੀ ਹੈ ਤਾਂ ਬਹੁਤ ਮੁਸ਼ਕਲ ਦੇ ਨਾਲ ਹੀ ਚੱਲ ਰਹੀ ਸੀਗੀ। ਪਹਿਲਾਂ ਦਾ ਨਹੀਂ ਪਤਾ ਵੀ ਉਹਨਾਂ ਲੋਕਾਂ ਨੇ ਸਾਰ ਲਈ ਜਾਂ ਨਹੀਂ, ਕਿਉਂਕਿ ਤੁਹਾਡੇ ਪਿਤਾ ਜੀ ਦੇ ਗਾਣਿਆਂ ਤੋਂ ਬਹੁਤ ਜ਼ਿਆਦਾ ਸਿੰਗਰ ਜਿਹੜੇ ਆ ਹਿੱਟ ਹੋਏ ਆ, ਉਹਨਾਂ ਦੇ ਗਾਣੇ ਬਹੁਤ ਹਿੱਟ ਹੋਏ ਆ। ਤੇ ਕੀ ਹੁਣ ਵੀ ਕਿਸੇ ਨੇ ਤੁਹਾਡੀ ਬਾਂਹ ਫੜਨ ਦੀ ਕੋਸ਼ਿਸ਼ ਕੀਤੀ ਆ ਜਾਂ ਨਹੀਂ? ਨਹੀਂ, ਇਹ ਤਾਂ ਸਾਡਾ ਪਿੰਡ ਦਾ ਭਾਈਚਾਰਾ, ਕੁਛ ਬਾਹਰੋਂ NRI ਵੀਰ ਉਹ ਕਰ ਰਹੇ ਆ ਹੈਲਪ, ਬਾਕੀ ਸਿੰਗਰਾਂ ਨੇ ਤਾਂ ਨਹੀਂ ਕੀਤਾ। ਪਹਿਲਾਂ ਵੀ ਕਿਉਂਕਿ ਉਹਨਾਂ ਦੇ ਕਾਫੀ ਸਾਰੇ ਗਾਣੇ ਹਿੱਟ ਹੋਏ ਆ, ਤੇ ਉਹਨਾਂ ਦੇ ਗਾਣਿਆਂ ਤੋਂ ਜਿਹੜੇ ਕਾਫੀ ਸਿੰਗਰਾਂ ਦੇ ਨਾਮ ਚੜ੍ਹੇ ਹੋਏ ਆ, ਆਪਾਂ ਨਾਮ ਨਹੀਂ ਲੈਂਦੇ, ਪਰ ਪਹਿਲਾਂ ਵੀ ਕਦੇ ਇਦਾਂ ਦੀ ਜਿਹੜੀ ਕੋਈ ਤੁਹਾਨੂੰ ਮਦਦ ਨਹੀਂ ਪਹੁੰਚੀਗੀ? ਨਹੀਂ, ਕਦੇ ਵੀ ਦੁੱਖ ਮਹਿਸੂਸ ਨਹੀਂ ਹੁੰਦਾ ਆਂਟੀ?
ਕਿਉਂਕਿ ਜੇ ਦੇਖਿਆ ਜਾਵੇ ਸਾਡੇ ਪਿੰਡ ਦੇ ਲੋਕਾਂ ਨੇ ਚਲੋ ਤੁਹਾਨੂੰ ਬਹੁਤ ਮਦਦ ਕੀਤੀ ਤੇ ਹੁਣ ਹੋਰ ਜਿਹੜੇ ਕਿਸਾਨ ਜਿਹੜੀਆਂ ਜਥੇਬੰਦੀਆਂ ਵੀ ਇਹ ਚੀਜ਼ ਸੋਚਦੀਆਂ ਹੈਗੀਆਂ ਕਿ ਜਦੋਂ ਅਸੀਂ ਇੱਧਰੋਂ ਵਿਹਲੇ ਹੋ ਕੇ ਆਉਂਦੇ ਹਾਂ ਤੇ ਪਰਿਵਾਰਾਂ ਨੂੰ ਕਿਤੇ ਨਾ ਕਿਤੇ ਅਨਾਥਾਂ ਵਾਲੀ ਸਥਿਤੀ ਦੇ ਵਿੱਚ ਤਾਂ ਖੈਰ ਨਹੀਂ ਜਾਣ ਦਿੱਤਾ ਜਾਊਗਾ, ਪਰ ਜਿਹੜੀ ਇਹ ਚੀਜ਼ ਹੁੰਦੀ ਆ ਕਿ ਜਿਹੜੇ ਇਨਸਾਨ ਤੁਹਾਡੇ ਘਰ ਦੇ ਬੰਦੇ ਦੇ ਸਿਰ ਤੋਂ ਜਿਹੜੇ ਆ ਕਹਿ ਸਕਦੇ ਆ ਮਸ਼ਹੂਰ ਹੋਏ ਆ ਜਾਂ ਕੁਝ ਵੀ ਆ, ਮਹਿਸੂਸ ਨਹੀਂ ਹੁੰਦਾ ਦੁੱਖ ਕਿ ਹੁਣ ਉਹਨਾਂ ਨੂੰ ਦੁੱਖ ਦੀ ਘੜੀ 'ਚ ਤੁਹਾਡੇ ਕੋਲ ਖੜਨਾ ਚਾਹੀਦਾ ਸੀ ਆ ਕੇ? ਚਾਹੀਦਾ ਹੈ ਜੀ। ਹਾਂਜੀ ਐਕਚੁਅਲੀ ਮੈਮ ਉਹਨਾਂ ਨੇ ਕੋਈ ਫੋਨ ਕਾਲ ਵੀ ਨਹੀਂ ਕੀਤੀ ਜੀ ਸਾਨੂੰ, ਅਸੀਂ ਉਮੀਦ ਹੀ ਨਹੀਂ ਕਰਦੇ ਗੇ ਉਹਨਾਂ ਤੋਂ, ਕਿਉਂਕਿ ਉਹਨਾਂ ਨੇ ਜਦੋਂ ਕੋਈ ਫੋਨ ਕਾਲ ਨਹੀਂ ਕੀਤੀ, ਕਦੇ ਅਫਸੋਸ ਨਹੀਂ ਕੀਤਾ, ਉਹਨਾਂ ਨੇ ਕੀ ਦੇਣਾ। ਉਹ ਥੋੜ੍ਹੇ ਜਾਂ ਵੀ ਸੈਲਫਿਸ਼ ਲੋਕ ਕਹਿ ਲਓ, ਸਵਾਰਥੀ ਆਪਣੇ ਆਪ ਦਾ ਸੋਚਦੇ। ਵੀਰੇ ਇਹ ਮਤਲਬ ਜਿਹੜੀ ਉਹਨਾਂ ਦੀ ਗੀਤਕਾਰੀ ਤੋਂ ਆ ਕਿ ਇੰਨਾ ਕਿ ਵੀ ਜਿਹੜਾ ਪੈਸਾ ਨਹੀਂ ਸੀ ਨਿਕਲਦਾ ਕਿ ਤੁਹਾਡਾ ਜਿਹੜਾ ਰੋਟੀ ਪਾਣੀ ਤੋਰ ਸਕਣ, ਕਿਉਂਕਿ ਮੈਨੂੰ ਪਤਾ ਲੱਗਿਆ ਕਿ ਉਹ ਕੱਪੜੇ ਜਿਹੜੇ ਲੋਕਾਂ ਦੇ ਸਿਉਂ ਕੇ ਕਰਦੇ ਸੀ। ਹਾਂਜੀ ਸਿਲਾਈ ਕਰਦੇ ਸੀ। ਨਹੀਂ ਮੈਮ ਉਹਨਾਂ ਦੀ ਗੀਤਕਾਰੀ ਨਾਲ ਤਾਂ ਸਾਡਾ ਘਰ ਚੱਲਿਆ ਹੀ, ਕੱਪੜਿਆਂ ਦੀ ਸਿਲਾਈ ਤੋਂ ਹੀ ਚੱਲਿਆ। ਤੇ ਹੁਣ ਫਿਰ ਤੁਹਾਡੇ ਕੋਲੇ ਕੋਈ ਰੁਜ਼ਗਾਰ ਜਾਂ ਕੀ ਤੁਸੀਂ ਥੋੜਾ ਬਹੁਤਾ ਕੋਈ ਕੰਮ ਕਰਦੇ ਸੀ? ਕਿਉਂਕਿ ਉਹ ਤਾਂ ਚਲੇ ਗਏ ਆ ਤੇ ਜਿਹੜੇ ਆ ਬਿਨਾਂ ਸ਼ੱਕ ਕਿ ਉਹ ਪਹਿਲਾਂ ਵੀ ਧਰਨੇ ਤੇ ਬੈਠੇ ਸੀਗੇ ਤੇ ਜਿਹੜਾ ਕੱਪੜੇ ਸਿਉਂ ਕੇ ਕਹਿ ਸਕਦੇ ਆ ਰੋਜ਼ਾਨਾ ਦੀ ਜਿਹੜਾ ਥੋੜਾ ਬਹੁਤਾ ਕੋਈ ਤੁਹਾਨੂੰ ਜਿਹੜਾ ਆਸਰਾ ਹੁੰਦਾ ਸੀ ਉਹ ਵੀ ਨਹੀਂ ਆ। ਹੁਣ ਫਿਰ ਜਿਹੜਾ ਕਿਵੇਂ ਲੱਗ ਰਿਹਾ ਹੈਗਾ ਸਾਰਾ ਕੁਝ, ਵੀ ਕਿਵੇਂ ਇਹਨੂੰ ਦੇਖੋਗੇ? ਮੈਮ ਮੇਰੀ ਤਾਂ ਹਜੇ ਸਟੱਡੀ ਇਨਕੰਪਲੀਟ ਹੈ ਜੀ, ਕੰਪਿਊਟਰ ਇੰਜੀਨੀਅਰ ਕਰ ਰਿਹਾ ਮੈਂ, ਲਾਸਟ ਸੈਮ ਦੇ ਉਹਦੇ ਪੇਪਰ ਦੇਣ ਵਾਲੇ ਪਏ, ਜੋਬਲੈਸ ਹਾਂ, ਮੈਂ ਕੁਝ ਵੀ ਨਹੀਂ ਕਰਦਾ ਜੀ, ਮੈਂ 10 ਰੁਪਏ ਵੀ ਨਹੀਂ ਕਮਾ ਰਿਹਾ। ਇਹ ਜਿਹੜਾ ਮੰਜ਼ਰ ਹੈਗਾ ਹੈ ਕਿ ਬਹੁਤ ਜਿਹੜੇ ਆ ਕਹਿ ਸਕਦੇ ਹਾਂ ਕਿ ਲੋਕਾਂ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਆ, ਭਾਵੇਂ ਕਿ ਅਸੀਂ ਆਪਣੇ ਹੱਕ ਲੈਣ ਲਈ ਦਿੱਲੀ ਬੈਠੇ ਹੋਏ ਹਾਂ, ਸਾਡੀਆਂ ਜ਼ਮੀਨਾਂ ਸਾਡੇ ਕੋਲੋਂ ਖੋਹੀਆਂ ਨਾ ਜਾਣ, ਪਰ ਬਹੁਤ ਸਾਰੇ ਪਰਿਵਾਰ ਹੈਗੇ ਆ ਜਿਹੜੇ ਇਹਨਾਂ ਜ਼ਮੀਨਾਂ ਦੇ ਸਿਰ ਤੋਂ ਪਲਦੇ ਆ, ਜਿਹੜੇ ਜ਼ਮੀਨਾਂ ਦੇ ਸਿਰ ਤੋਂ ਉਹਨਾਂ ਦੀ ਰੋਜ਼ੀ ਰੋਟੀ ਚੱਲਦੀ ਆ। ਭਾਵੇਂ ਕਿ ਨਾਮ ਮਸ਼ਹੂਰ ਹੋ ਜਾਂਦੇ ਆ, ਪਰ ਜ਼ਰੂਰੀ ਨਹੀਂ ਹੁੰਦਾ ਕਿ ਜਿਹੜਾ ਬੰਦਾ ਬਹੁਤ ਮਸ਼ਹੂਰ ਹੈ ਤੇ ਉਹਦੇ ਘਰ ਜਿਹੜੇ ਆ ਘਰ ਦੇ ਮੈਂਬਰ ਆ ਉਹ ਰੱਜਵੀਂ ਰੋਟੀ ਖਾ ਕੇ ਸੌਂਦੇ ਹੋਣ। ਇਹ ਜਿਹੜਾ ਮੰਜ਼ਰ ਬਣਿਆ ਹੋਇਆ ਹੈ, ਪਤਾ ਨਹੀਂ ਦਿੱਲੀ ਨੇ ਕਿੰਨੀਆਂ ਕੁ ਹੋਰ ਜਾਨਾਂ ਲੈਣੀਆਂ ਹੈਗੀਆਂ, ਜਦ ਕਿ ਸਾਡੇ ਹੀ ਹੱਕ ਆ, ਸਾਡੀਆਂ ਹੀ ਚੀਜ਼ਾਂ ਨੂੰ ਸਾਡੇ ਤੋਂ ਖੋਏ ਜਾਣ ਦੀਆਂ ਗੱਲਾਂ ਉਹ ਹਮੇਸ਼ਾ ਕਰਦੀ ਹੈ। ਜਿਹੜੀ ਸਰਕਾਰ ਹੁੰਦੀ ਆ ਉਹ ਹਮੇਸ਼ਾ ਜਿਹੜੀਆਂ ਲੋਕਾਂ ਦੇ ਭਲੇ ਵਾਸਤੇ ਹੁੰਦੀ ਆ, ਹੈ ਨਾ, ਲੋਕਾਂ ਦੇ ਦੁੱਖ ਦਰਦ ਦੇਖਣ ਵਾਲੀ ਹੁੰਦੀ ਆ। ਕਿਆ ਇਹ ਜਾ ਰਿਹਾ ਹੈਗਾ ਕਿ ਜਿਹੜੇ ਦਿੱਲੀ ਲੋਕ ਬੈਠੇ ਉਹਨਾਂ ਨੂੰ ਕਾਨੂੰਨਾਂ ਦੀ ਸਮਝ ਨਹੀਂ ਆ ਰਹੀ ਜੀ? ਉਹ ਕਹਿੰਦੇ ਬਹੁਤੇ ਹੀ ਵਧੀਆ ਕਾਨੂੰਨ ਆ, ਇਹ ਤੁਹਾਡੇ ਭਲੇ ਦੇ ਲਈ ਆ, ਤੁਹਾਨੂੰ ਅਮੀਰ ਕਰ ਦੇਣ ਵਾਲੇ ਕਾਨੂੰਨ ਆ। ਕੀ ਗੱਲ ਆ ਕਿ ਜਿਹੜੇ ਸਰਕਾਰ ਦੇ 200-300 ਬੰਦੇ ਨੂੰ ਲੱਗ ਰਿਹਾ ਵੀ ਕਾਨੂੰਨ ਬਿਲਕੁਲ ਹੀ ਸਹੀ ਆ, ਕੋਈ ਖਰਾਬੀ ਨਹੀਂ, ਤੇ ਕੀ ਲੱਗਦਾ ਹੈ ਕਿ ਜਿਹੜੇ ਇਹ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਹੁਣ ਤਾਂ ਪੰਜਾਬ ਹਰਿਆਣਾ ਹੀ ਨਹੀਂ ਪੂਰੇ ਭਾਰਤ ਦੇ ਵਿੱਚੋਂ ਲੋਕ ਜਾ ਕੇ ਬੈਠ ਗਏ, ਕੀ ਇਹ ਸਾਰੇ ਲੋਕ ਬੇਵਕੂਫ ਆ? ਇਹਨਾਂ ਨੂੰ ਕਾਨੂੰਨਾਂ ਦੀ ਵਾਕਈ ਨਹੀਂ ਸਮਝ ਆ ਰਹੀ ਕਿ ਆਪਣੀਆਂ ਜਾਨਾਂ ਦੇ ਰਹੇ ਇਹਦੇ ਲਈ? ਮੈਮ ਉਹ ਤਾਂ ਨਾ ਆਪਦਾ ਵੀ ਕਹਿ ਲਓ ਆਪਦਾ ਪੱਖ ਜ਼ਿਆਦਾ ਕਹਿੰਦੇ ਆ ਵੀ ਸਾਡਾ ਅਸੀਂ ਜ਼ਿਆਦਾ ਸਹੀ ਹਾਂ, ਇਹ ਗਲਤ ਆ। ਦੇਖੋ ਇੰਨੇ ਲੋਕੀ ਇਕੱਠੇ ਹੋ ਕੇ ਉੱਥੇ ਵੀ ਵਿਰੋਧ ਕਰ ਰਹੇ ਆ, ਇੰਨੇ ਦਿਮਾਗ ਵੀ ਸਾਰੇ ਕਾਊਂਟ ਕਰ ਲਓ ਕਿੰਨੇ ਲੋਕੀ ਕਿੰਨੇ ਦਿਮਾਗ ਬਣਦੇ ਆ, ਤੇ ਉਹ ਗਲਤ ਹੋਣਗੇ ਵੀ ਇਹ ਜਿਹੜਾ 300-400 ਜਣਾ ਕਹਿੰਦਾ ਵੀ ਅਸੀਂ ਸਹੀ ਹਾਂ, ਵਿੱਚ ਕਿੰਨੇ ਪੜ੍ਹੇ ਲਿਖੇ ਤੇ ਕਿੰਨੇ ਐਜੂਕੇਟਡ ਬੰਦੇ ਉਹ ਵੀ ਵਿਰੋਧ ਕਰ ਰਹੇ ਆ। ਇਹ ਤਾਂ ਸਾਰੇ ਹੈ ਹੀ ਅਨਪੜ੍ਹ, ਕੋਈ ਨਿਊ ਜਨਰੇਸ਼ਨ ਦਾ ਤਾਂ ਹੈ ਹੀ ਨਹੀਂ ਗਾ ਇਹਨਾਂ 'ਚ ਲੀਡਰ ਬਣਿਆ ਵਾ, ਸਾਰੇ ਅਨਪੜ੍ਹ ਹੀ ਬਣੇ ਹੋਏ ਆ। ਧੱਕਾ ਕਰਨਾ ਆਉਂਦਾ ਜੀ ਇਹਨਾਂ ਨੂੰ, ਬਸ ਧੱਕਾ ਕਰੀ ਚਲੋ। ਵੀਰੇ ਕਹਿੰਦੇ ਜਿਹੜਾ ਸਾਡੇ ਚਾਹੇ ਉਹ ਕਹਿੰਦੇ ਹੁੰਦੇ ਪਿੰਡ ਦਾ ਮੁਖੀਆ ਹੋਵੇ, ਭਾਵੇਂ ਜ਼ਿਲ੍ਹੇ ਦਾ ਹੋਵੇ, ਭਾਵੇਂ ਸਟੇਟ ਦਾ ਹੋਵੇ, ਭਾਵੇਂ ਦੇਸ਼ ਦਾ, ਉਹ ਇੱਕ ਪਿਓ ਦੀ ਸਥਿਤੀ ਵਿੱਚ ਹੁੰਦਾ। ਉਹਨੇ ਆਪਣੇ ਸਾਰੇ ਬਾਲ ਬੱਚਿਆਂ ਦੀਆਂ ਦੁੱਖ ਪਰੇਸ਼ਾਨੀਆਂ ਖੁਸ਼ੀਆਂ ਸਾਰੇ ਕਾਸੇ ਦਾ ਹਿਸਾਬ ਕਿਤਾਬ ਰੱਖਣਾ ਹੁੰਦਾ ਨਾ। ਹੋਇਆ ਕਿ ਪਿੱਛੇ ਜੇ ਸਾਡੇ ਜਿਹੜੇ ਹੁਣ ਪੰਜਾਬ ਦੇ ਵਿੱਚੋਂ ਖਬਰਾਂ ਆਈਆਂ ਕਿ ਲੋਕਾਂ ਨੇ ਆਪਣਾ ਵਿਰੋਧ ਜਿਹੜਾ ਕੀਤਾ ਤੇ ਕਿਤੇ ਨਾ ਕਿਤੇ ਇਹੋ ਜਿਹੀਆਂ ਘਟਨਾਵਾਂ ਹੋਈਆਂ ਜਿੱਥੇ ਜੀਓ ਟਾਵਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ, ਜਾਂ ਅੰਡਾਨੀ ਦੇ ਜੋ ਵੀ ਜਿਹੜੇ ਇੱਥੇ ਸਾਡੇ ਬਿਜ਼ਨਸ ਹੈਗੇ ਪੰਜਾਬ ਦੇ ਵਿੱਚ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਉਹਦੇ ਲਈ ਭਾਵੇਂ ਕਿ ਸਾਡੇ ਕਿਸਾਨ ਆਗੂਆਂ ਨੇ ਕਿਹਾ ਸੀਗਾ ਵੀ ਅਸੀਂ ਇਹ ਕਰਨ ਦੀ ਇਜਾਜ਼ਤ ਨਹੀਂ ਦਿੰਦੇ, ਇਹ ਗਲਤ ਆ, ਸਾਡੇ ਆਪਣੇ ਆਗੂਆਂ ਨੇ ਕਹਿ ਦਿੱਤਾ ਸੀ, ਹੈ ਨਾ, ਤੇ ਸਾਡੇ ਲੋਕਾਂ ਨੇ ਇਸ ਚੀਜ਼ ਤੋਂ ਗੁਰੇਜ਼ ਵੀ ਕੀਤਾ। ਪਰ ਮੋਦੀ ਸਾਹਿਬ ਦਾ ਉਹਦੇ ਤੇ ਬਿਆਨ ਆ ਗਿਆ ਕਿ ਤੁਸੀਂ ਜਨਤਕ ਸੰਪਤੀ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ। ਪਰ ਸਾਡੇ ਲਗਾਤਾਰ ਜਿਹੜੇ ਆ ਸ਼ਹੀਦਾਂ ਦੀ ਗਿਣਤੀ ਵੱਧ ਰਹੀ ਆ, ਬਹੁਤ ਸਾਰੇ ਲੋਕ ਸ਼ਹੀਦ ਹੋ ਰਹੇ ਆ। ਅਸੀਂ ਦੇਖ ਹੀ ਚੁੱਕੇ ਹਾਂ ਕਿ ਤੁਸੀਂ ਜਿਹੜੇ ਆਪਦੇ ਬਾਪ ਦੇ ਸਾਏ ਤੋਂ ਮੁਨਕਰ ਹੋ ਗਏ ਹੋਏ ਆ, ਬਾਕੀ ਬਹੁਤ ਸਾਰੇ ਜਿਹੜੇ ਹੈਗੇ ਜਿਨ੍ਹਾਂ ਘਰਾਂ ਪਰਿਵਾਰਾਂ ਦੇ ਵਿੱਚ ਕਦੇ ਖੁਸ਼ੀਆਂ ਦੁਬਾਰਾ ਆਉਣੀਆਂ ਨਹੀਂ ਮੁੜ ਕੇ। ਇਹਨਾਂ ਸ਼ਹੀਦਾਂ ਦੇ ਲਈ ਮੋਦੀ ਸਾਹਿਬ ਦਾ ਇੱਕ ਵੀ ਬਿਆਨ ਨਹੀਂ ਆਇਆ ਕਿ ਕੋਈ ਦੇਸ਼ ਦਾ ਜਿਹੜਾ ਇੱਕ ਕਹਿੰਦੇ ਹੁੰਦੇ ਆ ਵੀ ਮਾਲਕ ਦੀ ਸਥਿਤੀ ਦੇ ਵਿੱਚ, ਪਿਓ ਦੀ ਸਥਿਤੀ ਦੇ ਵਿੱਚ ਤੁਹਾਨੂੰ ਲੱਗਦਾ ਕਿ ਇਹ ਕੋਈ ਸੋਚਿਆ ਸਮਝਿਆ ਹੋਇਆ ਵਿਤਕਰਾ ਵਾ ਕਿ ਜਨਤਕ ਸੰਪਤੀ ਨੂੰ ਨੁਕਸਾਨ ਨਾ ਪਹੁੰਚਾਓ, ਮਤਲਬ ਤੁਸੀਂ
ਜਿਹੜੇ ਕਾਰਪੋਰੇਟ ਘਰਾਣਿਆਂ ਦੇ ਤੁਹਾਡੇ ਪੰਜਾਬ ਦੇ ਵਿੱਚ ਬਿਜ਼ਨਸ ਆ ਉਹਨਾਂ ਨੂੰ ਨੁਕਸਾਨ ਨਾ ਪਹੁੰਚਾਓ, ਪਰ ਜਿਹੜੇ ਸ਼ਹੀਦ ਹੋ ਚੁੱਕੇ ਆ ਉਹਨਾਂ ਲਈ ਇੱਕ ਵੀ ਬਿਆਨ ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੀ ਜ਼ੁਬਾਨੋਂ ਸੁਣਿਆ ਨਹੀਂ ਹਜੇ ਤੱਕ ਅਸੀਂ। ਮੈਮ ਐਕਚੁਅਲੀ ਗੱਲ ਪਤਾ ਕੀ ਹੈ, ਲੋਕਤੰਤਰ ਨਾਲ ਸਰਕਾਰ ਹੁੰਦੀ ਹੈ ਜੀ ਤੇ ਉਹ ਲੋਕਤੰਤਰ ਨੇ ਬਣਾਇਆ ਤੇ ਹੁਣ ਲੋਕਾਂ ਦੇ ਸਿਰ ਤੇ ਬਹਿ ਕੇ ਨੱਚਦਾ। ਦੇਖੋ ਉਹ ਹੁਣ ਉਹਨਾਂ ਨੂੰ ਲੱਗਾ ਵੀ ਇਹ ਅਮੀਰ ਹੋਈ ਜਾਣ, ਉਹ ਪਹਿਲਾਂ ਉਹਨਾਂ ਦੀ ਪੋਜੀਸ਼ਨ ਕਿੱਥੇ ਸੀ ਤੇ ਅੱਜ ਉਹ ਕਿੱਥੇ ਹੈ। ਲੋਕਤੰਤਰ ਮਤਲਬ ਲੋਕਾਂ ਦੁਆਰਾ, ਲੋਕਾਂ ਲਈ ਤੇ ਲੋਕਾਂ ਦੀ ਸਰਕਾਰ ਹੁੰਦੀ ਆ। ਕੀ ਤੁਹਾਨੂੰ ਲੱਗਦਾ ਹੈ ਕਿ ਉਹ ਲੋਕਤੰਤਰ ਦੀ ਰਾਖੀ ਕਰ ਰਹੇ ਆ ਮੋਦੀ ਸਾਹਿਬ? ਨਹੀਂ ਮੈਮ, ਉਹ ਨਹੀਂ ਕਰ ਰਹੇ, ਉਹ ਤਾਂ ਬਸ ਲੁੱਟ ਹੀ ਰਹੇ ਆ ਲੋਕਾਂ ਨੂੰ, ਜਾਂ ਬਸ ਉਹਨਾਂ ਦੀਆਂ ਜਾਨਾਂ ਗਵਾ ਰਹੇ ਆ ਤੇ ਜਾਂ ਉਹਨਾਂ ਨੂੰ ਠੰਡ 'ਚ ਮਾਰ ਰਹੇ ਆ। ਆਂਟੀ ਬੇਟੇ ਦੇ ਸਿਰ ਤੇ ਕਹਿੰਦੇ ਹੁੰਦੇ ਨਾ ਵੀ ਮੁੰਡੇ ਸਪੈਸ਼ਲੀ ਜੇ ਮਾਪਿਆਂ ਦੇ ਲਈ ਉਹ ਕਹਿੰਦੇ ਹੁੰਦੇ ਆ ਵੀ ਕਿੰਨੀ ਦੇਰ ਉਹਨਾਂ ਦੇ ਉੱਤੇ ਕੋਈ ਜ਼ਿੰਮੇਵਾਰੀ ਨਾ ਵੀ ਪਵੇ ਤੇ ਉਹ ਚੰਗੇ ਲੱਗਦੇ ਆ ਹਮੇਸ਼ਾ। ਤੁਹਾਨੂੰ ਕੋਸ਼ਿਸ਼ ਹੁੰਦੀ ਮਾਪਿਆਂ ਦੀ ਕਿ ਲੰਬਾ ਤੋਂ ਲੰਬਾ ਸਮਾਂ ਜਿਹੜੇ ਆ ਬੱਚਿਆਂ ਨੂੰ ਅਸੀਂ ਸਹੂਲਤਾਂ ਦਈਏ। ਕੋਈ ਨਹੀਂ, ਇਹਨਾਂ ਨੇ ਵੱਡੇ ਹੋ ਕੇ 25-30 ਸਾਲ ਦੇ ਬੱਚੇ ਵੀ ਜਿਹੜੇ ਸਾਡੇ ਪੰਜਾਬ ਦੇ ਖਾਸ ਕਰਕੇ ਮਾਪੇ ਆ ਉਹਨਾਂ ਨੂੰ ਬੱਚੇ ਹੀ ਲੱਗਦੇ ਰਹਿੰਦੇ ਆ ਵੀ ਹਜੇ ਇਹਨਾਂ ਦੀ ਖੇਡਣ ਮੱਲਣ ਦੀ ਉਮਰ ਆ। ਅਚਾਨਕ ਇਹਨਾਂ ਦੇ ਉੱਤੇ ਜ਼ਿੰਮੇਵਾਰੀ ਆ ਪਈ ਆ। ਤੁਹਾਡੇ ਘਰ ਦੇ ਹਾਲਾਤ, ਰੋਜ਼ੀ ਰੋਟੀ, ਰੋਜ਼ ਦੇ ਬਿੱਲ ਕਿੰਨੇ ਨਿਕਲ ਆਉਂਦੇ ਆ, ਉਹਨਾਂ ਦੀ ਪੜ੍ਹਾਈ ਵਿੱਚ ਆ, ਸਭ ਕੁਝ ਰੁਕ ਗਿਆ। ਕਿਵੇਂ ਮਤਲਬ ਹੁਣ ਇਹ ਸਾਰਾ ਕੁਝ ਕਰੋਗੇ? ਔਖਾ ਹੋਇਆ, ਬਹੁਤ ਔਖਾ ਹੋਇਆ। ਹਾਂਜੀ ਹਾਂਜੀ ਆਂਟੀ ਔਖਾ ਲੱਗਦਾ ਹੋਣਾ ਕਿ ਸ਼ਾਇਦ ਤੁਹਾਡੇ ਨਾਲ ਰੱਜ ਕੇ ਗੱਲਾਂ ਵੀ ਨਹੀਂ ਹੋਈਆਂ ਹੋਣਗੀਆਂ, ਬੜੇ ਦਿਨ ਉਹ ਘਰੋਂ ਬਾਹਰ ਸੀਗੇ। ਕੀ ਲਾਸਟ ਜਿਹੜੀਆਂ ਕੀ ਗੱਲਾਂ ਯਾਦ ਆਉਂਦੀਆਂ ਜਾਂ ਫੋਨ ਤੇ ਤੁਹਾਡੀਆਂ ਕੋਈ ਗੱਲਾਂ ਹੋਈਆਂ ਹੋਣ ਉਹਨਾਂ ਦੇ ਨਾਲ? ਮੇਰੇ ਨਾਲ ਗੱਲ ਕੀਤੀ ਉਹਨਾਂ ਨੇ, ਫੋਨ ਤੇ ਮੇਰੇ ਨਾਲ ਗੱਲ ਕੀਤੀ ਹੈ। ਮੈਂ ਫੋਨ ਲਾਇਆ ਸੀ ਉਹਨਾਂ ਨੂੰ, ਮੈਂ ਕਿਹਾ ਡੈਡੀ ਵੀ ਤੁਸੀਂ ਆਏ ਨਹੀਂ ਗਏ, ਇੰਨੇ ਦਿਨ ਹੋ ਗਏ, ਆ ਜਾਓ। ਅੱਗੇ ਮਾਘੀ ਦਾ ਮੇਲਾ ਹੁੰਦਾ ਸੀਗਾ, ਮੈਂ ਪੈਸੇ ਪੂਸੇ ਉਹਨਾਂ ਤੋਂ ਮੰਗਦਾ, ਫਿਰ ਹਾਂ ਮੈਂ ਕਿਹਾ ਵੀ ਮੈਂ ਪੈਸੇ ਲੈਣੇ, ਤੁਸੀਂ ਆ ਜਾਓ। ਤੇ ਡੈਡੀ ਕਹਿੰਦੇ ਵੀ ਜਾਂ ਜਿੱਤ ਕੇ ਆਵਾਂਗੇ ਜਾਂ ਮਰ ਕੇ, ਫੈਸਲਾ ਹੋਣ 'ਤੇ ਹੀ ਆਵਾਂਗੇ। ਇੱਦਾਂ ਨਹੀਂ। ਤੇ ਵੀਰੇ ਜਦੋਂ ਤੁਹਾਨੂੰ ਇਹ ਖਬਰ ਮਿਲੀ ਵੀ ਉਹ ਸੱਚੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਉਦੋਂ ਫਿਰ ਕੀ ਸਭ ਤੋਂ ਪਹਿਲੀ ਗੱਲ ਤੁਹਾਡੇ ਦਿਮਾਗ 'ਚ ਕੀ ਆਈ? ਬਹੁਤ ਵੱਡਾ ਘਾਟਾ ਪੈ ਗਿਆ ਮੇਰਾ ਸਭ ਕੁਝ ਹੋ ਗਿਆ। ਮੈਂ ਆਪਣੀ ਮਦਰ ਦਾ ਨਹੀਂ ਇੰਨਾ ਕਰਦਾ ਜਿੰਨਾ ਮੈਂ ਆਪਦੇ ਫਾਦਰ ਦਾ ਕਰਦਾ ਵੀ 24 ਘੰਟੇ ਉਹਨਾਂ ਦੇ ਮਗਰ ਹੀ ਰਹਿੰਦਾ ਸੀ। ਬਹੁਤ ਵੱਡਾ ਸਾਨੂੰ ਘਾਟਾ ਪੈ ਗਿਆ, ਇਹ ਕਦੇ ਨਹੀਂ ਪੂਰਾ ਹੋ ਸਕਦਾ। ਸਾਡੇ ਪੰਜਾਬੀ ਜਦੋਂ ਹੀ ਘਰੋਂ ਤੁਰੇ ਸੀ ਜਾਂ ਉੱਥੇ ਰੋਜ਼ ਦੇ ਬਿਆਨ ਹੁੰਦੇ ਆ, ਬਾਪੂ ਠੰਡ ਨਾਲ ਮਰ ਰਹੇ ਆ, ਸਾਡੇ ਵੀਰਿਆਂ ਨੂੰ ਹਾਰਟ ਅਟੈਕ ਹੋ ਰਹੇ ਆ, ਸਾਡੀਆਂ ਮਾਵਾਂ ਭੈਣਾਂ ਦੇ ਵੀਰਿਆਂ ਦੇ ਰਸਤਿਆਂ ਦੇ ਵਿੱਚ ਐਕਸੀਡੈਂਟ ਹੋ ਰਹੇ ਆ, ਘਰ ਵਾਪਸ ਨਹੀਂ ਆ ਰਹੇ। ਤੇ ਉਹਨਾਂ ਦੀ ਇਹ ਗੱਲ ਜਿਹੜੀ ਆ ਹਜੇ ਤੱਕ ਉਹ ਬਰਕਰਾਰ ਆ। ਪੰਜਾਬ ਦੇ ਵਿਹੜੇ ਕੋਈ 50 ਦੇ ਕਰੀਬ ਜਿਹੜੇ ਆ 70 ਵੈਸ਼ ਚੁੱਕੇ ਹੋਏ ਆ। ਉਹਦੇ ਬਾਵਜੂਦ ਸਾਡੇ ਗੁਰੂ ਸਾਹਿਬਾਨਾਂ ਦਾ ਦਿੱਤਾ ਹੋਇਆ ਥਾਪੜਾ ਸਾਡੇ ਹੌਸਲੇ ਵਿੱਚ ਦੀ ਬੋਲਦਾ ਹੈ ਕਿ ਅਸੀਂ ਜਾਂ ਜਿੱਤ ਕੇ ਆਵਾਂਗੇ ਜਾਂ ਮਰ ਕੇ। ਤੇ ਬਹੁਤੇ ਜਿਹੜੇ ਸਾਡੇ ਲੋਕ ਆ ਉਹਨਾਂ ਨੇ ਇਹ ਸੱਚ ਵੀ ਸਾਬਤ ਕਰ ਦਿਖਾਇਆ ਹੈਗਾ। ਔਨ ਏਅਰ ਵੱਲੋਂ ਅਸੀਂ ਤੁਹਾਨੂੰ ਬਹੁਤ ਸਜਦਾ ਕਰਦੇ ਹਾਂ, ਕਿਉਂਕਿ ਜਿਹੜਾ ਤੁਹਾਡਾ ਯੋਗਦਾਨ ਆ, ਇਹ ਯੋਗਦਾਨ ਸ਼ਾਇਦ ਸਾਡੇ 'ਚੋਂ ਕੋਈ ਵੀ ਨਾ ਪਾ ਸਕੇ, ਭਾਵੇਂ ਕੋਈ ਪਹਿਲੇ ਦਿਨ ਤੋਂ ਦਿੱਲੀ ਬੈਠਾ ਵਾ, ਭਾਵੇਂ ਕੋਈ ਇੱਥੋਂ ਕਿੱਡੀ ਵੀ ਸੇਵਾ ਕਰ ਰਿਹਾ। ਕਿਉਂਕਿ ਸ਼ਾਇਦ ਕੱਲ੍ਹ ਨੂੰ ਇਹ ਖੁਸ਼ੀ ਆ ਜਾਵੇ ਤੇ ਅਸੀਂ ਸਾਰੇ ਜਾਣੇ ਉਹ ਚੀਜ਼ਾਂ ਨੂੰ ਭੁੱਲ ਜਾਈਏ, ਪਰ ਤੁਹਾਡੇ ਘਰ ਦੇ ਵਿੱਚ ਜਿਹੜਾ ਪੈਦਾ ਹੋਇਆ ਖਲਾ, ਤੁਹਾਡੇ ਘਰ 'ਚ ਖਾਲੀ ਹੋਈ ਜਗ੍ਹਾ ਸ਼ਾਇਦ ਕਦੇ ਨਹੀਂ ਭਰਨੀ। ਅਸੀਂ ਆਪਣੇ ਔਨ ਏਅਰ ਚੈਨਲ ਵੱਲੋਂ, ਅਸੀਂ ਸਾਰੇ ਪੰਜਾਬ ਵਾਸੀਆਂ ਵੱਲੋਂ, ਸਾਰੇ ਭਾਰਤ ਵਾਸੀਆਂ ਵੱਲੋਂ ਜੋ ਲੋਕਾਂ ਦੇ ਹਿੱਤਾਂ ਨੂੰ ਸਮਝਦੇ ਆ, ਲੋਕਾਂ ਦੇ ਹੱਕਾਂ ਨੂੰ ਸਮਝਦੇ ਆ, ਤੁਹਾਨੂੰ ਬਹੁਤ ਬਹੁਤ ਸਜਦਾ ਕਰਦੇ ਆ। ਕੋਸ਼ਿਸ਼ ਕਰਾਂਗੇ ਕਿ ਸਾਡੇ ਪੰਜਾਬ ਵਾਸੀ, ਤੁਹਾਡੇ ਪਿੰਡ ਦੇ ਲੋਕ ਹਰ ਤਰੀਕੇ ਨਾਲ ਤੁਹਾਡੇ ਦੁੱਖ ਸੁੱਖ ਦੇ ਵਿੱਚ ਜਿਹੜੇ ਆ ਸ਼ਾਮਿਲ ਰਹਿਣ। ਸਾਡੇ ਨਾਲ ਤੁਸੀਂ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮੈਂ ਇਸ ਵੇਲੇ ਪਿੰਡ ਖੋਟੇ ਦੇ ਵਾਸੀਆਂ ਦੇ ਨਾਲ ਖੜੀ ਹੋਈ ਹਾਂ। ਉਹਨਾਂ ਨੂੰ ਸਭ ਕੁਝ ਜਿਹੜਾ ਹੈਗਾ ਪਤਾ ਹੈਗਾ। ਬਿਨਾਂ ਸ਼ੱਕ ਘਰਦਿਆਂ ਨੇ ਵੀ ਕਿਹਾ ਕਿ ਪਿੰਡ ਵਾਸੀਆਂ ਦਾ ਕਾਫੀ ਸਹਿਯੋਗ ਹੈਗਾ, ਉਹਨਾਂ ਦੇ ਦੁੱਖ ਨੂੰ ਉਹਨਾਂ ਨੇ ਸਮਝਣ ਦੀ ਕੋਸ਼ਿਸ਼ ਕੀਤੀ ਆ। ਸਹਾਰਾ ਜਿੰਨਾ ਬਣ ਸਕਦੇ ਸੀ ਪਿੰਡ ਵਾਸੀ ਬਣੇ ਆ। ਦੇਖੋ ਜੀ, ਮੇਵਾ ਸਿੰਘ ਬਹੁਤ ਇੱਕ ਕੌਮੀ ਸ਼ਹੀਦ ਹੈ ਇਸ ਸੰਘਰਸ਼ ਦਾ, ਔਰ ਕੌਮੀ ਤੇ ਪਹਿਲਾ ਸ਼ਹੀਦ ਸਰਦਾਰ ਮੇਵਾ ਸਿੰਘ ਹੈ, ਜਿਹੜਾ ਦਿੱਲੀ ਦੇ ਸੰਘਰਸ਼ ਦਾ ਪਹਿਲਾ ਸ਼ਹੀਦ ਕਿਸਾਨੀ ਤੁਹਾਡੇ ਪਿੰਡ ਦਾ, ਸਾਡੇ ਪਿੰਡ। ਔਰ ਇਹ ਇਨਸਾਨ ਜਿਹੜੀ ਕਿਸਾਨੀ ਜਿਸ ਮੁੱਦੇ ਤੇ ਲੜਾਈ ਚੱਲ ਰਹੀ ਹੈ, ਸੰਘਰਸ਼ ਚੱਲ ਰਿਹਾ ਹੈ, ਤੁਹਾਨੂੰ ਪਰਿਵਾਰ ਨੇ ਵੀ ਦੱਸਿਆ, ਅਸੀਂ ਵੀ ਦੱਸ ਰਹੇ ਹਾਂ ਕਿ ਜਿਹੜੀ ਇਹ ਸੰਘਰਸ਼ ਹੈ ਇਹ ਕਿਸਾਨਾਂ ਦਾ ਨਹੀਂ ਇਕੱਲਾ, ਇਹ ਕਿਸਾਨ, ਮਜ਼ਦੂਰ, ਮੁਲਾਜ਼ਮ, ਦੁਕਾਨਦਾਰ, ਕੁੱਲ ਕਿਰਤੀ ਕਾਮੇ ਦਾ ਸੰਘਰਸ਼ ਹੈ, ਜਿਹਦੇ ਵਿੱਚ ਸੋਚਿਆ ਜਾਵੇ। ਜੇ ਆਪਾਂ ਕਹਿੰਦੇ ਆ ਜਾਂ ਆਮ ਜਿਹੜੀ ਪਾਵਰ ਜਾਂ ਉਹ ਲੀਡਰ ਕਹਿ ਦਿੰਦੇ ਆ ਵੀ ਇਹ ਕਿਸਾਨਾਂ ਦਾ ਜੀ,
ਕਿਸਾਨਾਂ ਦਾ ਨਹੀਂ, ਕਿਸਾਨ ਅਸਲੀ ਮਜ਼ਦੂਰ ਆ ਜਿਹੜੇ, ਉਹ ਕਿਸਾਨ ਹੈ ਜਿਹੜੇ ਖੇਤਾਂ ਦੇ ਵਿੱਚ ਕੰਮ ਕਰਦੇ ਆ, ਉਹ ਕਿਸਾਨ ਹੈ। ਕਿਸਾਨ ਉਹਨਾਂ ਦੇ ਦੂਜੀ ਲਾਈਨ 'ਚ ਹੈ। ਸੌਰੀ ਮੈਂ ਤੁਹਾਡੀ ਗੱਲ ਕੱਟ ਰਹੀ ਹਾਂ। ਤੁਸੀਂ ਕਿਹਾ ਕਿ ਕੁਝ ਲੀਡਰ ਕਹਿ ਰਹੇ ਆ ਕਿ ਇਹ ਕਿਸਾਨਾਂ ਦਾ ਸੰਘਰਸ਼ ਆ, ਦੂਜਿਆਂ ਦਾ ਨਹੀਂ, ਪਰ ਬਹੁਤ ਸਾਰੇ ਲੀਡਰ ਐਸੇ ਵੀ ਆ ਜਿਹੜੇ ਕਹਿ ਰਹੇ ਆ ਵੀ ਇਹ ਕਿਸਾਨ ਤਾਂ ਹੈ ਹੀ ਨਹੀਂ ਜੀ, ਇਹ ਤਾਂ ਅੱਤਵਾਦੀ ਆ, ਤਾਂ ਖਾਲਿਸਤਾਨੀ ਆ, ਤਾਂ ਮਾਓਵਾਦੀ ਆ। ਤੇ ਫਿਰ ਇਹ ਕਿਵੇਂ ਦੇ ਖਾਲਿਸਤਾਨੀ ਆ ਜਿਹੜੇ ਦਿੱਲੀ ਦੇ ਵਿੱਚ ਬੈਠੇ ਆਪਣੀ ਰੋਜ਼ੀ ਰੋਟੀ ਦੇ ਲਈ ਜਾਨਾਂ ਤੱਕ ਵਾਰੀ ਜਾਂਦੇ ਆ? ਇਹ ਖਾਲਿਸਤਾਨੀ ਹੁੰਦੇ ਜੀ। ਖਾਲਿਸਤਾਨ ਵੇਖਿਆ ਪਹਿਲਾਂ ਕਿਸੇ ਖਾਲਿਸਤਾਨੀ ਤਾਂ ਕਹਿ ਸਕਦੇ ਆ ਜਿਹੜੇ ਸ਼ਾਂਤਮਈ ਢੰਗ ਨਾਲ ਔਰ ਲੱਖਾਂ ਦੀ ਤਾਦਾਦ ਦੇ ਵਿੱਚ ਉੱਥੇ ਸ਼ਾਂਤਮਈ ਢੰਗ ਨਾਲ ਆਪਦਾ ਰੋਸ ਧਰਨਾ ਦੇ ਰਹੇ ਆ। ਕਿਸੇ ਨਾਲ ਕੋਈ ਖਿਲਵਾੜ ਨਹੀਂ, ਕੋਈ ਮਤਲਬ ਆਪਾਂ ਕਹੀਏ ਦੇਸ਼ ਦੀ ਪੂੰਜੀ ਨੂੰ ਕਿਸੇ ਨੂੰ ਜਾਂ ਕੁਛ ਨੁਕਸਾਨ ਨਹੀਂ ਪਹੁੰਚਾਇਆ। ਆਪਦਾ ਸੰਘਰਸ਼ ਆ ਸ਼ਾਂਤਮਈ ਢੰਗ ਨਾਲ, ਉਹ ਆਪਦੀਆਂ ਮੰਗਾਂ ਮੰਨ ਰਹੇ ਆ। ਜਿਹੜੀ ਕਿਸਾਨ ਦੀ ਇਹ ਕਹਿੰਦੇ ਵੀ ਬਹੁਤ ਵਧੀਆ ਤੁਹਾਡੇ ਕਾਨੂੰਨ ਹੈ, ਜਦ ਅਸੀਂ ਕਿਸਾਨ ਮੰਗ ਹੀ ਨਹੀਂ ਮੰਗ ਰਹੇ ਵੀ ਸਾਨੂੰ ਆਹ ਦਿੱਤੀ ਜਾਵੇ, ਤਾਂ ਕਿਉਂ ਦਿੱਤੀ ਜਾਵੇ? ਮੇਵਾ ਸਿੰਘ ਦੇ ਪਰਿਵਾਰ ਦੀ ਹਾਲਤ ਅਸੀਂ ਦੇਖੀ ਹੋਈ ਆ, ਕੋਈ ਘਰ-ਬਾਰ ਦੀ ਸਥਿਤੀ ਕੋਈ ਬਹੁਤੀ ਚੰਗੀ ਨਹੀਂ ਹੈਗੀ ਤੇ ਜਿਸ ਤਰੀਕੇ ਨਾਲ ਉਹ ਰੋਜ਼ ਕਹਿ ਸਕਦੇ ਆ ਵੀ ਤਾਜ਼ਾ ਕਮਾ ਕੇ ਖਾਣ ਵਾਲੇ ਹੈਗੇ ਆ, ਕੋਈ ਉਹਨਾਂ ਦਾ ਕੋਈ ਬੈਂਕ ਬੈਲੈਂਸ ਨਹੀਂ ਹੈਗਾ, ਕੋਈ ਜ਼ਮੀਨ ਦਾ ਇੱਕ ਟੋਟਾ ਤੱਕ ਨਹੀਂ ਹੈਗਾ। ਇਹ ਇੱਕ ਵੱਡੀ ਗੱਲ ਆ ਕਿ ਐਸੇ ਜਿਹੜੇ ਲੋਕ ਸ਼ਹਾਦਤਾਂ ਦੇ ਰਹੇ ਆ ਕਿਸਾਨਾਂ ਦੇ ਲਈ, ਜਿਨ੍ਹਾਂ ਕੋਲੇ ਆਪਣੀ ਜ਼ਮੀਨ ਹੀ ਨਹੀਂ ਹੈਗੀ। ਜਿਹੜਾ ਇਹ ਪਿੰਡ ਹੈਗਾ ਵਾ, ਇਹ ਕਿਸ ਤਰੀਕੇ ਨਾਲ ਜਿਹੜਾ ਸਹਿਯੋਗ ਕਰਨ ਬਾਰੇ ਸੋਚ ਰਿਹਾ? ਕਿਉਂਕਿ ਸਹਿਯੋਗ ਜਿਹੜਾ ਇਹ ਇੱਕ ਅੱਧੇ ਦਿਨ ਦੀ ਤਾਂ ਜ਼ਿੰਮੇਵਾਰੀ ਨਹੀਂ ਹੈਗੀ। ਉਹਨਾਂ ਦਾ ਬੱਚਾ ਹਜੇ ਪੜ੍ਹ ਰਿਹਾ ਹੈਗਾ, ਕੋਈ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਤੇ ਆਪ ਵੀ ਭਾਵੇਂ ਕਿ ਗੀਤਕਾਰੀ ਦੇ ਵਿੱਚ ਵੀ ਮੇਵਾ ਸਿੰਘ ਦਾ ਇੱਕ ਵੱਡਾ ਨਾਮ ਆ ਤੇ ਖੋਟੇ ਪਿੰਡ ਨੂੰ ਕਾਫੀ ਪਹਿਚਾਣ ਦਿਵਾਈ ਉਹਨਾਂ ਨੇ, ਪਰ ਇਸ ਵੇਲੇ ਜਿਹੜੇ ਹਾਲਾਤ ਆ ਪੂਰੇ ਡਗਮਗਾਏ ਹੋਏ ਆ। ਪਿੰਡ ਵਾਸੀ ਕੀ ਸੋਚਦੇ ਆ ਕਿ ਕਿਵੇਂ ਉਹਨਾਂ ਨੂੰ ਇੱਕ ਲੰਬੇ ਸਾਥ ਦੀ ਲੋੜ ਆ ਤੇ ਪਿੰਡ ਵਾਲਿਆਂ ਦੀ ਕੀ ਜਿਹੜੀ ਪ੍ਰਤੀਕਿਰਿਆ ਹੈਗੀ ਇਹਦੇ ਉੱਤੇ? ਪਿੰਡ ਵਾਲੇ ਜੀ ਜਿੰਨਾ ਆਪਦਾ ਯੋਗਦਾਨ ਪਾ ਰਹੇ ਆ ਆਪਦੀ ਹੈਸੀਅਤ ਮੁਤਾਬਕ, ਸਾਰੇ ਪਿੰਡ ਦੇ, ਕੋਈ ਸਾਡੇ ਤੇ ਮਤਲਬ ਕੋਈ ਪਾਰਟੀ ਬੇਸ ਤੇ ਨਹੀਂ, ਕਿਸੇ ਜਗ੍ਹਾ ਤੇ ਜਿੰਨਾ ਵੀ ਹੋ ਸਕਿਆ ਵੱਧ ਤੋਂ ਵੱਧ ਪਿੰਡ ਕਰ ਰਿਹਾ। ਇਸ ਤੋਂ ਅੱਗੇ ਉੱਠ ਕੇ ਸਾਡੀ ਜਿਹੜੀ ਜਥੇਬੰਦੀ ਹੈ ਕਿਸਾਨ ਯੂਨੀਅਨ, ਉਹ ਵੀ ਜਿੱਥੋਂ ਤੱਕ ਪਹੁੰਚ ਉਹ ਕਰ ਰਹੀ ਹੈ। ਸੋ ਇਹ ਸਨ ਖੋਟੇ ਪਿੰਡ ਦੇ ਵਾਸੀ ਤੇ ਇਹ ਸੱਚ ਹੈ ਕਿ ਜਿੱਥੇ ਲਗਾਤਾਰ ਸ਼ਹਾਦਤਾਂ ਹੋ ਰਹੀਆਂ ਨੇ ਉਹਨਾਂ ਦਾ ਮੁੱਲ ਭਾਵੇਂ ਪੈ ਜਾਵੇ, ਪਰ ਇਹਨਾਂ ਪਰਿਵਾਰਾਂ ਦਾ ਜਿਹੜਾ ਘਾਟਾ ਕੋਈ ਨਹੀਂ ਪੂਰ ਸਕਦਾ। ਇੱਕ ਸੋਹਣੀ ਮਿਸਾਲ ਜਿਹੜੀ ਉੱਭਰ ਕੇ ਆ ਰਹੀ ਆ ਕਿ ਜਿੰਨੇ ਵੀ ਲੋਕ ਸਾਡੇ ਦਿੱਲੀ ਦੇ ਵਿੱਚ ਸੰਘਰਸ਼ ਦੇ ਵਿੱਚ ਸੰਘਰਸ਼ੀਲ ਨੇ, ਉਹਨਾਂ ਦੇ ਘਰ ਪਰਿਵਾਰਾਂ ਨੂੰ ਪਿੱਛੇ ਪਿੰਡ ਵਾਸੀ ਸਾਂਭ ਰਹੇ ਨੇ, ਉਹਨਾਂ ਦੀਆਂ ਕਣਕਾਂ ਨੂੰ ਪਾਣੀ ਲਾ ਰਹੇ ਨੇ, ਉਹਨਾਂ ਦੇ ਘਰ ਨੂੰ ਦੇਖ ਰਹੇ ਨੇ, ਉਹਨਾਂ ਦੇ ਪਸ਼ੂਆਂ ਡੰਗਰਾਂ ਨੂੰ ਪੱਠੇ ਪਾ ਰਹੇ ਨੇ। ਤੇ ਆਹ ਜਿਹੜੀ ਇੱਕ ਸਥਿਤੀ ਆ ਪੰਜਾਬ ਨੂੰ ਦੇਖਣੀ ਪੈ ਰਹੀ ਆ। ਕਿਤੇ ਨਾ ਕਿਤੇ ਸਾਡੇ ਪੰਜਾਬੀ ਪਹਿਲਾਂ ਹੀ ਮਾਨਸਿਕ ਤੌਰ ਤੇ ਤਿਆਰ ਸੀ ਕਿ ਬਿਨਾਂ ਸ਼ਹਾਦਤਾਂ ਦੇ ਸਾਨੂੰ ਆਪਣੇ ਹੱਕ ਮਿਲਣੇ ਨਹੀਂ ਆ, ਪਰ ਫਿਰ ਵੀ ਜਿਨ੍ਹਾਂ ਪਰਿਵਾਰਾਂ ਦੇ ਘਰੇ ਇਹ ਜਿਹੜੇ ਘਾਟੇ ਪੈ ਗਏ, ਜਿਹੜੇ ਕਦੇ ਪੂਰੇ ਹੀ ਨਹੀਂ ਹੋਣੇ, ਉਹਨਾਂ ਦੇ ਲਈ ਅਸੀਂ ਸਾਰੇ ਸਜਦਾ ਕਰਦੇ ਹਾਂ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਇਹੋ ਜਿਹੇ ਪਰਿਵਾਰਾਂ ਦਾ ਆਸਰਾ ਬਣੀਏ ਤੇ ਜ਼ਿੰਦਗੀ ਭਰ ਉਹਨਾਂ ਨੂੰ ਇਹ ਅਹਿਸਾਸ ਹੀ ਨਾ ਹੋਣ ਦਈਏ ਕਿ ਉਹ ਇਕੱਲੇ ਰਹਿ ਗਏ। ਸੋ ਇਹਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ। ਸ਼ੁਕਰੀਆ।